आओ अज आपां एक पुरानी पहली रस्म हुंदी सी पत्तल है ना, आपां उहदे बारे कुछ विचार करते हाँ। तुहानूं दसदे हाँ कि पत्तल नूं पहलां आपां जिहड़ा उहदे कविता जां छंद हुंदे सी भी वो बोलण तो पहलां कि हुंदी कदों सी, कदों बोली जांदी सी। इह पुराने समय दे विच जदों विआह हुंदे सी, बरातां तिंन तिंन दिन रहिंदियां हुंदियां सीगीआं ते वो फिर मनोरंजन का साधन उन्होंने कोल कोई होर तां नहीं सी हुंदा। वो आपस विच ही शुगल मेला करते रहंदे सी ते उन्हां दे विचों जिवें बरात ढुकदी सी तां सिੱਠਣੀਆਂ जां छंदां दे रूप दे विच एक दूजे नूं मोड़ में जवाब दिते जांदे सी। इसे तरह ही एक रस्म हुंदी सी जंज नूं बन्नਣਾ कहंदे सी, उहनूं जंज बन्नਣਾ। वो हुंदी सी कि जदों बरात ने दोपहर वेले जां शाम वेले भी एक वेले जदों रोटी खाण जांदे सी तां कोई पिंड दी रकान चंगी सोहणी जनानी जां कोई कुड़ी जिहड़ी आपदे आप नूं बहुत माहर मनदी हुंदी सी छंद बोलण दे विच, सिੱਠਣੀਆਂ देण दे विच, ते ओह की करदी हुंदी सी भी एक पत्तल दे विच ओह प्लेट दे विच जिवें जां पत्तल हुंदी सी पहलां तां पत्तिਆਂ ਤੋਂ बणी हुई, ਉਹਦੇ ਵਿੱਚ 5 ਲੱਡੂ रख लैंदी सी, कुछ चौल लै लैंदी सी ਤੇ कुछ मिठा पा लैंदी सी ਉਹਦੇ ਵਿੱਚ ਹੋਰ ਇੱਕ कुछ इदां है ना। खमणी रखदी सी ਤੇ ਸ਼ਗਨ ਵਿੱਚੋਂ ਉਹਦੇ ਵਿੱਚ 1 ਰੁਪਈਆ ਰੱਖਿਆ ਹੁੰਦਾ ਸੀਗਾ ਤੇ ਉਹਦੇ ਆਲੇ ਦੁਆਲੇ ਇਦਾਂ ਪਾਣੀ ਦੇ ਨਾਲ ਉਹ ਛਿੜਕਾ ਕਰ ਦਿੰਦੀ ਸੀ। ਜਦੋਂ ਜਨ ਨੂੰ ਵਰਤਾਵੇ ਰੋਟੀ ਵਰਤਾਉਣ ਲੱਗਦੇ ਸੀ, ਕੋਈ ਇੱਕ ਜਣਾ ਪੱਤਲ ਰੱਖ ਦਿੰਦਾ ਸੀ, ਦੂਜਾ ਕੌਲੀਆਂ ਲਾ ਦਿੰਦਾ ਸੀ, ਤੀਜਾ ਗਲਾਸ। ਉਹ ਜਦੋਂ ਸ਼ੁਰੂ ਕਰਨ ਲੱਗਦੇ ਸੀ ਤੇ ਉਦੋਂ ਫਿਰ ਜਿਹੜੀ ਪੱਤਲ ਵਾਲੀ ਜਨਾਨੀ ਹੁੰਦੀ ਸੀ, ਔਰਤ ਜਾਂ ਕੁੜੀ ਕੋਈ ਵੀ, ਉਹ ਅੱਗੇ ਆ ਜਾਂਦੀ ਸੀ ਤੇ ਫਿਰ ਉਹ ਪੱਤਲ ਰੱਖ ਦਿੰਦੀ ਸੀ। ਉਹ ਕਹਿੰਦੀ ਸੀ ਵੀ ਭਾਈ ਆ ਤੁਹਾਡੀ ਜੰਨ ਬੰਨੀ ਆ, ਪਹਿਲਾਂ ਜੰਨ ਛਡਾਓ ਤੇ ਫਿਰ ਤੁਸੀਂ ਰੋਟੀ ਖਾ ਸਕਦੇ ਹੋ, ਤੇ ਵੀ ਨਹੀਂ ਤਾਂ ਫਿਰ ਤੁਸੀਂ ਨਿਰਲੱਜੇ ਹੀ ਹੋਵੋਗੇ, ਤੁਸੀਂ ਰੋਟੀ ਨਹੀਂ ਖਾ ਸਕਦੇ। ਤੇ ਗਾਹਾਂ ਜੰਨ ਵਾਲੇ ਵੀ ਪੂਰੇ ਤਿਆਰ ਹੁੰਦੇ ਸੀਗੇ ਤੇ ਉਹ ਵੀ ਆਪਣੇ ਮਤਲਬ ਬਰਾਤ ਦੇ ਵਿੱਚ ਇੱਦਾਂ ਗਿਣੇ ਚੁਣੇ ਚੋਬਰ ਜਿਹੜੇ ਚੰਗਾ ਆਡਾ ਲੈ ਸਕਦੇ ਹੁੰਦੇ ਸੀ, ਸਿੱਠਣੀਆਂ 'ਚ, ਬੋਲੀਆਂ 'ਚ, ਛੰਦਾਂ 'ਚ ਮਾਹਰ ਹੁੰਦੇ ਸੀ, ਸੋਹਣੇ ਸੁਨੱਖੇ ਗੱਭਰੂ। ਜੇ ਹੋਰ ਨਹੀਂ ਤਾਂ ਫਿਰ ਪਿੰਡ ਦਾ ਮਰਾਸੀ ਹੀ ਲੈ ਜਾਂਦੇ ਸੀ, ਕਿਉਂਕਿ ਮਰਾਸੀਆਂ ਦਾ ਸਾਰੀ ਕਲਾ ਆਉਂਦੀ ਸੀ। ਤੇ ਇਸ ਤਰ੍ਹਾਂ ਕਰਕੇ ਹੁੰਦਾ ਸੀ, ਇਹ ਰਸਮ ਰਿਵਾਜ ਬਣੇ ਹੋਏ ਸੀ। ਤੇ ਕੁਛ ਰਸਮ ਰਿਵਾਜ ਜਿਹੜੇ ਹੁੰਦੇ ਨੇ, ਕਿਉਂਕਿ ਔਰਤਾਂ ਵੀ ਸੰਗਾਹ ਹੁੰਦੀਆਂ ਸੀ, ਮੂਹਰੇ ਨਹੀਂ ਸੀ ਆਉਂਦੀਆਂ ਹੁੰਦੀਆਂ, ਪਰ ਇੱਦਾਂ ਰਸਮਾਂ ਕਰਨ ਦੇ ਬਹਾਨੇ ਕੁਮਾਰੀਆਂ ਕੁੜੀਆਂ ਵੀ ਜਿਹੜੀਆਂ ਸੀ ਅੱਗੇ ਆ ਜਾਂਦੀਆਂ ਸੀ। ਉਸੇ ਤਰ੍ਹਾਂ ਹੀ ਫਿਰ ਕਈ ਵਾਰੀ ਬਰਾਤੀ ਦੇਖ ਲੈਂਦੇ ਸੀ, ਜਿਹੜਾ ਮੁੰਡੇ ਦਾ ਪਿਓ ਹੁੰਦਾ ਸੀ ਜਾਂ ਚਾਚਾ ਤਾਇਆ ਮਾਮਾ ਕੋਈ ਵੀ ਸਿਆਣਾ ਬਜ਼ੁਰਗ, ਵੀ ਇਹਨਾਂ ਦੇ ਘਰ ਇੱਕ ਕੁੜੀ ਜਵਾਨ ਹੋਰ ਵੀ ਆ ਜਾਂ ਕੋਈ ਰਿਸ਼ਤੇਦਾਰੀ 'ਚ ਵੀ ਆ, ਉਹ ਬਰਾਤ ਦੇ ਨਾਲ ਆਏ ਮੁੰਡੇ ਦੇ ਨਾਲ ਹੀ ਫੇਰੇ ਦਵਾ ਕੇ ਲੈ ਜਾਂਦੇ ਹੁੰਦੇ ਸੀ। ਕਈ ਵਾਰੀ ਇੱਕ ਬਰਾਤ ਗਈ ਸੀ, 2 ਮੁੰਡਿਆਂ ਦੇ ਵਿਆਹ ਕਰ ਲਿਆਉਂਦੇ ਹੁੰਦੇ ਸੀਗੇ। ਤੁਸੀਂ ਪਹਿਲਾਂ ਕਦੇ ਕਿਸੇ ਕੋਲੋਂ ਸੁਣਿਓ? ਇਹ ਆਮ ਹੀ ਗੱਲ ਸੀ ਪਹਿਲਾਂ ਵੀ ਇੱਕ ਨੂੰ ਵਿਆਹੁਣ ਗਏ ਸੀ, 2 ਵਿਆਹ ਕੇ ਲਿਆਉਂਦੇ ਜਾਂ 3 ਵਿਆਹ ਕੇ ਲਿਆਉਂਦੇ। ਕੋਈ ਮਾਮੇ ਦੀ ਕੁੜੀ, ਕੋਈ ਮਾਸੀ ਦੀ ਕੁੜੀ, ਉਹਦੇ ਆਨੰਦ ਕਾਰਜ ਨਾਲ ਹੀ ਕਰਵਾ ਲਿਆਉਂਦੇ ਹੁੰਦੇ ਸੀ। ਇਸ ਤਰ੍ਹਾਂ ਸੀ। ਤੇ ਹੁਣ ਮੈਂ ਤੁਹਾਨੂੰ ਇੱਕ ਪੱਤਲ ਦਾ ਕਿੱਸਾ ਸੁਣਾਉਂਗੀ। ਇਹ ਕਿੱਸਾ ਜਿਹੜਾ ਹੈਗਾ ਵਾ ਵੀ ਕਿੱਥੋਂ ਸ਼ੁਰੂ ਹੁੰਦਾ ਤੇ ਉਹ ਮੈਂ ਤੁਹਾਨੂੰ ਦੱਸਦੀ ਹਾਂ ਜੀ। ਹੁਣ ਆਪਾਂ ਪਹਿਲਾਂ ਗੱਲ ਮਤਲਬ ਬੰਨਣ ਦੀ ਹੋਈ ਸੀ, ਫਿਰ ਪੱਤਲ ਖੋਲ੍ਹਦੇ ਕਿਵੇਂ ਸੀ? ਉਹਦੇ ਵਿੱਚ ਫਿਰ ਇਹ ਹੁੰਦਾ ਸੀ, ਜਦੋਂ ਇੱਕ ਔਰਤ ਬੰਨ੍ਹ ਦਿੰਦੀ ਸੀ, ਫਿਰ ਮੁੰਡੇ ਵਾਲੇ ਵੀ ਪੂਰੀ ਆਪਣੀ ਤਿਆਰੀ ਦੇ ਨਾਲ ਉੱਠਦੇ ਸੀਗੇ ਤੇ ਫਿਰ ਉਹ ਮਤਲਬ ਬਹੁਤ ਜ਼ਿਆਦਾ ਮੁਕਾਬਲੇ ਦੇ ਵਿੱਚ ਉਹ ਔਰਤਾਂ ਨੂੰ ਸਿੱਠਣੀਆਂ ਦਿੰਦੇ, ਛੰਦ ਸੁਣਾਉਂਦੇ। ਤੇ ਪਰ ਉਹ ਫਿਰ ਵੀ ਥੋੜ੍ਹਾ ਇੱਕ ਮਾਣ ਤਾਣ ਜਿਹਾ ਬਣਿਆ ਹੁੰਦਾ ਸੀ ਉਸ ਟਾਈਮ 'ਤੇ ਕੁੜੀਆਂ ਦਾ, ਕਿਉਂਕਿ ਅੱਗੋਂ ਪਿੱਛੋਂ ਕੁੜੀਆਂ ਘਰਾਂ ਦੇ ਵਿੱਚ ਬੋਲਦੀਆਂ ਨਹੀਂ ਸੀ ਹੁੰਦੀਆਂ। ਬਰਾਤ ਦਾ ਤਾਂ ਹਰ ਵਕਤ ਰੋਹ ਵੀ ਰਹਿੰਦਾ, ਕਿਉਂਕਿ ਮੁੰਡਿਆਂ ਦਾ ਜਾਂ ਮਰਦਾਂ ਦਾ ਕਹਿ ਲਓ, ਸਾਡਾ ਸਮਾਜ ਜਿਹੜਾ ਚੱਲਿਆ ਮਰਦ ਪ੍ਰਧਾਨ ਸਮਾਜ ਚੱਲਿਆ। ਕੁਛ ਕੁ ਰਸਮਾਂ ਦੇ ਵਿੱਚ ਫਿਰ ਹੁੰਦਾ ਸੀ ਕਿ ਔਰਤਾਂ ਨੂੰ, ਕੁੜੀਆਂ ਨੂੰ ਬਹਾਨੇ ਦੇ ਨਾਲ ਮਾਣ ਤਾਣ ਦਿੱਤਾ ਜਾਂਦਾ ਸੀ। ਫਿਰ ਬਰਾਤ ਕੀ ਕਰਦੀ ਸੀ, ਬੇਸ਼ੱਕ ਕਈ ਵਾਰੀ ਛੰਦਾਂ ਦੇ ਵਿੱਚ ਉਹ ਜਿੱਤ ਵੀ ਜਾਂਦੇ ਸੀ, ਪਰ ਕਈ ਵਾਰੀ ਫਿਰ ਛੰਦ ਵੱਧਦੇ ਵੱਧਦੇ ਅਸ਼ਲੀਲਤਾ ਤੱਕ ਵੀ ਆ ਜਾਂਦੇ ਹੁੰਦੇ ਸੀਗੇ ਵੀ ਇੱਕ ਦੂਜੇ ਦੀਆਂ ਭੈਣਾਂ ਮਾਵਾਂ ਇੱਦਾਂ ਵੀ ਉਹਨਾਂ ਨੇ ਕਹਿਣਾ, ਫਿਰ ਜਿਹੜੇ ਕੁਮਾਰੀਆਂ ਕੁੜੀਆਂ ਹੁੰਦੀਆਂ ਸੀ ਉਹਨਾਂ 'ਤੇ ਕਟਾਕਸ਼ ਕਰਕੇ ਉਹਨਾਂ ਨੇ ਛੰਦ ਸੁਣਾਉਣ ਲੱਗ ਜਾਣੇ ਬਰਾਤੀਆਂ ਨੇ। ਅਤੇ ਫਿਰ ਜਿਹੜੇ ਮੋਹਤਬਰ ਬੰਦੇ ਹੁੰਦੇ ਸੀ ਪਿੰਡ ਦੀ ਪੰਚਾਇਤ, ਕੁੜੀ ਵਾਲਿਆਂ ਦੀ ਅਤੇ ਉੱਧਰੋਂ ਮੁੰਡੇ ਵਾਲਿਆਂ ਦੇ ਜਿਹੜੇ ਹੁੰਦੇ ਸੀ, ਫਿਰ ਉਹ ਦੋਨਾਂ ਧਿਰਾਂ ਨੂੰ ਟਿਕਾਉਂਦੇ ਸੀ ਵੀ ਨਹੀਂ ਨਹੀਂ ਵੀ ਹੁਣ ਭਾਈ ਤੁਸੀਂ ਇਹਦਾ ਸਮਝੌਤਾ ਕਰੋ ਅਤੇ ਵੀ ਤੁਸੀਂ ਆਪਦਾ ਸ਼ਗਨ 'ਤੇ ਲਾਗ ਲੈ ਲਓ ਜਿਹੜਾ ਹੈਗਾ। ਅਤੇ ਬਰਾਤੀਆਂ ਨੂੰ ਵੀ ਰੋਟੀ ਖਾਣ ਤੋਂ ਵੀ ਲੇਟ ਹੋ ਰਹੇ ਨੇ, ਕੁੜੀ ਵਾਲਿਆਂ ਨੂੰ, ਕੁੜੀ ਨੂੰ ਵੀ ਟਿਕਾਉਂਦੇ ਹੁੰਦੇ ਸੀ। ਅਤੇ ਫਿਰ ਜਿਹੜਾ ਮੁੰਡੇ ਦਾ ਪਿਓ ਹੁੰਦਾ ਸੀਗਾ ਅਤੇ ਉਹ ਫਿਰ ਜਾਂਦਾ ਸੀ ਅਤੇ ਉਹ ਜਿਹੜੀ ਥਾਲੀ ਕੁੜੀ ਨੇ ਰੱਖੀ ਹੁੰਦੀ ਸੀ ਲੱਡੂਆਂ ਵਾਲੀ, ਉਹਦੇ ਵਿੱਚ ਫਿਰ ਆਪਣੀ ਵਿੱਤ ਮੁਤਾਬਕ 5 ਰੁਪਏ, 11 ਰੁਪਏ
ਸ਼ਗਨ ਤੇ ਨਾਲ 5 ਲੱਡੂ ਹੋਰ ਰੱਖ ਕੇ ਉਹ ਕੁੜੀ ਦੀ ਝੋਲੀ ਪਾ ਦਿੰਦੇ ਹੁੰਦੇ ਸੀ। ਜਿਹੜੀ ਵੀ ਔਰਤ ਬਰਾਤ ਨੂੰ ਬੰਨ੍ਹਦੀ ਸੀ, ਇਸੇ ਤਰ੍ਹਾਂ ਉਹ ਔਰਤ ਦਾ ਮਾਣ ਰਹਿ ਜਾਂਦਾ ਸੀ ਤੇ ਬਰਾਤ ਇੱਜ਼ਤ ਨਾਲ ਫਿਰ ਆਪਣਾ ਜਿਹੜਾ ਖਾਣਾ ਪ੍ਰਸ਼ਾਦਾ ਸੀ ਉਹ ਛਕਦੀ ਹੁੰਦੀ ਸੀ। ਤੇ ਪੰਚਾਇਤ ਹੱਥ ਜੋੜ ਕੇ, ਆਪਣੀ ਜਿਹੜੀ ਕੁੜੀ ਵਾਲਿਆਂ ਦੀ ਪੰਚਾਇਤ ਹੁੰਦੀ ਸੀ, ਉਹ ਫਿਰ ਹੱਥ ਬੰਨ੍ਹ ਕੇ ਬਰਾਤੀਆਂ ਦਾ ਸਵਾਗਤ ਕਰਦੀ ਸੀ ਵੀ ਲਓ ਜੀ ਹੁਣ ਤੁਸੀਂ ਖਾਣਾ ਛਕੋ, ਹੈ ਨਾ, ਪ੍ਰਸ਼ਾਦਾ ਛਕੋ। ਇਸ ਤਰ੍ਹਾਂ ਕਹਿੰਦੇ ਸੀ, ਜਿਵੇਂ ਜੋ ਵੀ ਉਸ ਟਾਈਮ ਦਾ ਸਮਾਂ ਚੱਲਦਾ ਹੋਣਾ। ਕਿਉਂਕਿ ਜਿਹੜਾ ਹੁਣ ਦਾ ਸਮਾਂ ਵਾ, ਹੁਣ ਤਾਂ ਪੱਤਲ ਸਿਰਫ ਜਿਹੜੀ ਮੈਂ ਆਪਣੀ ਸੁਰਤ ਵਿੱਚ ਦੇਖੀ ਵੀ ਪੱਤਲ ਹੁੰਦੀ ਸੀ ਜਦੋਂ ਬਰਾਤ ਜਾਂਦੀ ਹੈ, ਜਿਹੜੀ ਉਹਨਾਂ ਦੇ ਪਿੰਡ ਦੀਆਂ ਕੁੜੀਆਂ ਕੁੜੀ ਦੇ ਪਿੰਡ 'ਚ ਵਿਆਹੀਆਂ ਹੁੰਦੀਆਂ ਸੀ, ਤਾਂ ਜਿਹੜਾ ਬਰਾਤ ਦੇ ਨਾਲ ਨਾਈ ਹੁੰਦਾ ਸੀਗਾ, ਉਹ ਫਿਰ ਉਹਨੀਆਂ ਪੱਤਲਾਂ ਲਾ ਕੇ ਲੈ ਜਾਂਦਾ ਸੀ ਰੋਟੀ, ਅਤੇ ਰੋਟੀ ਦੀਆਂ ਥਾਲੀਆਂ ਭਰ ਲੈਂਦਾ ਸੀਗਾ ਜੀ। ਅਤੇ ਕੁਛ ਮਠਿਆਈ ਕੁੜੀ ਵਾਲਿਆਂ ਵੱਲੋਂ ਲੈ ਲੈਂਦੇ ਸੀ, ਕਹਿ ਦਿੰਦੇ ਜੀ ਸਾਡੀਆਂ 11 ਸਾਡੀਆਂ 12 13 ਇੱਦਾਂ ਪੱਤਲਾਂ ਤਿਆਰ ਕਰ ਦਿਓ, ਸਾਡੇ ਪਿੰਡ ਦੀਆਂ ਧੀਆਂ ਨੇ ਅਤੇ ਅਸੀਂ ਅੱਜ ਉਹਨਾਂ ਦਾ ਮਾਣ ਰੱਖਣਾ ਹੈਗਾ। ਫਿਰ ਕੁੜੀ ਵਾਲੇ ਰੋਟੀ ਪਾ ਦਿੰਦੇ ਸੀ, ਮਠਿਆਈ ਪਾ ਦਿੰਦੇ ਸੀ। ਜਿਹੜਾ ਮੁੰਡੇ ਦਾ ਪਿਓ ਹੁੰਦਾ ਸੀ, ਅਤੇ ਉਹਦੇ ਵਿੱਚ ਜਿਸ ਟਾਈਮ ਦਾ ਸਮਾਂ ਚੱਲਦਾ ਸੀ ਵੀ ਕੋਈ 2 ਰੁਪਏ ਦਾ, 5 ਰੁਪਏ ਦਾ, 10 ਰੁਪਏ ਦਾ, ਉਸ ਮੁਤਾਬਕ ਉਹ ਸਾਰੀਆਂ ਪੱਤਲਾਂ 'ਤੇ ਪੈਸੇ ਰੱਖ ਕੇ ਉਹਨਾਂ ਕੁੜੀਆਂ ਦੇ ਘਰੀਂ ਭੇਜ ਦਿੰਦਾ ਸੀ, ਸਾਡੇ ਪਿੰਡ ਦੀਆਂ ਧੀਆਂ ਭੈਣਾਂ ਨੇ, ਅਸੀਂ ਇਹ ਪੱਤਲ ਉਹਨਾਂ ਨੂੰ ਭੇਜੀ ਆ। ਇੱਕ ਰੋਟੀ ਖਾਣ ਤੋਂ ਪਹਿਲਾਂ ਜਦੋਂ ਫਿਰ ਕੁੜੀ ਦਾ ਵਿਆਹ ਹੋ ਜਾਂਦਾ ਸੀ, ਆਨੰਦ ਕਾਰਜਾਂ ਤੋਂ ਬਾਅਦ ਜਿਹੜੀ ਬਰਾਤ ਨੇ ਰੋਟੀ ਖਾਣੀ ਹੁੰਦੀ ਸੀ, ਉਹਦੇ ਵਿੱਚ ਇੱਕ ਪੱਤਲ ਹੋਰ ਭੇਜੀ ਜਾਂਦੀ ਸੀ। ਉਹ ਭੇਜੀ ਜਾਂਦੀ ਸੀ ਨਵੀਂ ਵਿਆਹਲੀ ਕੁੜੀ ਨੂੰ, ਕਿਉਂਕਿ ਉਹ ਸਮਝਦਾ ਹੁੰਦਾ ਸੀ, ਸਹੁਰਾ ਸਮਝਦਾ ਹੁੰਦਾ ਸੀ ਵੀ ਉਹਨੇ ਵਿਆਹ ਹੋ ਗਿਆ, ਉਹਨੇ ਸਾਡੀ ਕੁੜੀ ਆ, ਵੀ ਸਾਡੀ ਨੂੰਹ ਹੋ ਗਈ, ਹੁਣ ਸਾਡੇ ਪਰਿਵਾਰ ਦਾ ਮੈਂਬਰ ਆ। ਪੇਕਿਆਂ ਨੇ ਉਹਨੂੰ ਇੱਕ ਤਰ੍ਹਾਂ ਨਾਲ ਸਾਡਾ ਜਦ ਮੁੰਡੇ ਦਾ ਲੜ ਫੜਾ ਦਿੱਤਾ, ਸਾਡੇ ਹਵਾਲੇ ਕਰਤੀ ਵੀ ਅੱਜ ਤੋਂ ਉਹਦੀ ਰੋਟੀ ਪਾਣੀ ਦੀ ਜ਼ਿੰਮੇਵਾਰੀ ਮੇਰੀ ਹੋ ਗਈ ਆ। ਅਤੇ ਫਿਰ ਸਹੁਰਾ ਕੀ ਕਰਦਾ ਸੀ, ਸਭ ਤੋਂ ਪਹਿਲਾਂ ਜਦੋਂ ਜਾਣਾ ਰੋਟੀ ਖਾਣ ਆਉਂਦੀ ਸੀ, ਜਿਹੜੀ ਪਹਿਲੀ ਥਾਲੀ ਸੀ ਉਹ ਵਿਆਹ ਵਾਲੀ ਕੁੜੀ ਦੇ ਨਾਮ ਦੀ ਕੱਢੀ ਜਾਂਦੀ ਸੀ। ਉਹਦੇ ਵਿੱਚ ਹਰ ਇੱਕ ਤਰ੍ਹਾਂ ਦੀ ਚੀਜ਼ ਥੋੜ੍ਹੀ ਥੋੜ੍ਹੀ ਕਰਕੇ ਰੱਖਦੇ ਸੀ, ਅਤੇ 7 ਪ੍ਰਸ਼ਾਦੇ ਉਹਦੇ ਵਿੱਚ ਰੱਖਣੇ, ਮਠਿਆਈ ਰੱਖਣੀ। ਫਿਰ ਜਿਹੜਾ ਬਜ਼ੁਰਗ ਉਹਦਾ ਮਤਲਬ ਸਹੁਰਾ ਹੁੰਦਾ ਸੀ ਕੁੜੀ ਦਾ, ਅਤੇ ਉਹਦੇ ਵਿੱਚ ਸ਼ਗਨ ਵਜੋਂ ਰੁਪਈਏ ਪੈਸੇ ਜੋ ਜਿੰਨੀ ਉਹਦੀ ਹੁੰਦੀ ਸੀ ਆਪਣੀ ਪਹੁੰਚ, ਉਹਦੇ ਵਿੱਚ ਰੱਖਦਾ ਸੀ, ਅਤੇ ਉਹਨੂੰ ਢੱਕ ਕੇ ਸਵਾਰ ਕੇ ਅਤੇ ਜਿੰਨੀ ਵੀ ਆਪਣੀ ਖੁਸ਼ੀ ਕਰ ਸਕਦੇ ਸੀ, ਅਤੇ ਆਪਣੀ ਨੂੰਹ ਨੂੰ ਭੇਜਦਾ ਹੁੰਦਾ ਸੀ। ਅਤੇ ਫਿਰ ਉਹ ਕੁੜੀ ਉਸ ਪੱਤਲ ਨੂੰ ਆਪਣੀਆਂ 7 ਸਹੇਲੀਆਂ ਦੇ ਨਾਲ ਖਾਂਦੀ ਹੁੰਦੀ ਸੀ। ਪਹਿਲਾਂ ਉਹਦੇ ਕੁਮਾਰੀਆਂ 7 ਸਹੇਲੀਆਂ ਲਿਆਉਂਦੇ ਹੁੰਦੇ ਸੀ, ਅਤੇ ਉਹ ਕੁੜੀਆਂ ਇੱਕ ਇੱਕ ਬੁਰਕੀ ਆਪਣੀ ਸਹੇਲੀ ਦੇ ਮੂੰਹ 'ਚ ਪਾਉਂਦੀਆਂ ਹੁੰਦੀਆਂ ਸੀ। ਉਹਦੇ ਪਿੱਛੇ ਵੀ ਤੁਸੀਂ ਇਹ ਲਾ ਲਓ ਕਿ ਹੁੰਦਾ ਕਿ ਵੀ ਹੁਣ ਕੁੜੀ ਦਾ ਵਿਆਹ ਹੋ ਜਾਂਦਾ ਅਤੇ ਬੜੀ ਉਦਾਸ ਹੁੰਦੀ ਆ, ਅਤੇ ਕੋਈ ਰੋਟੀ ਖਾਣ ਉਹਦਾ ਮਨ ਨਹੀਂ ਕਰਦਾ ਹੁੰਦਾ। ਉਹਨੂੰ ਪਤਾ ਹੁੰਦਾ ਕਿ ਅੱਜ ਮੈਂ ਆਪਣੇ ਸਹੁਰੇ ਘਰ ਚਲੀ ਜਾਣਾ, ਮੇਰੀ ਸਹੇਲੀਆਂ, ਮੇਰੇ ਮਾਂ ਬਾਪ, ਸਾਰਾ ਕੁਛ ਮੈਥੋਂ ਵਿਛੜ ਜਾਣਾ। ਫਿਰ ਉਹ ਸਹੇਲੀਆਂ ਵਾਰੀ ਵਾਰੀ ਇਸ ਕਰਕੇ 7 ਬੁਰਕੀਆਂ ਦੇ ਮੂੰਹ 'ਚ ਪਾਉਂਦੀਆਂ ਨੇ ਕਿ ਕੁਛ ਨਾ ਕੁਛ ਉਹਦਾ ਕੁੜੀ ਦਾ ਮਨ ਬਦਲ ਜਾਂਦਾ। ਰਸਮਾਂ ਦੇ ਬਹਾਨੇ ਇਹਦੇ ਵਿੱਚ ਸਾਡਾ ਬੜਾ ਕੁਛ, ਸਾਡਾ ਸੱਭਿਆਚਾਰ ਛਿਪਿਆ ਹੁੰਦਾ। ਇਹ ਅਸੀਂ ਹੌਲੀ ਹੌਲੀ ਕਰਕੇ ਇੱਕ ਇੱਕ ਰਸਮ ਦੇ ਬਹਾਨੇ ਕੱਢਾਂਗੇ, ਉਜਾਗਰ ਕਰਾਂਗੇ ਆਪਾਂ ਵੀ ਹਰ ਰਸਮ ਦੇ ਪਿੱਛੇ ਕੀ ਛੁਪਿਆ ਹੁੰਦਾ ਸੀ। ਜਿਵੇਂ ਇਹਦੇ ਪਿੱਛੇ ਇਹ ਛੁਪਿਆ ਸੀ ਵੀ ਜਦੋਂ ਸਹੇਲੀਆਂ ਰੋਟੀ ਖਵਾਉਂਦੀਆਂ ਤਾਂ ਕੁੜੀ ਹੱਸ ਕੇ ਰੋਟੀ ਖਾ ਲੈਂਦੀ ਆ। ਫਿਰ ਉਹ ਆਪਣੀਆਂ ਸਾਰੀਆਂ ਸਹੇਲੀਆਂ ਦੇ ਮੂੰਹ 'ਚ ਬੁਰਕੀਆਂ ਪਾਉਂਦੀ ਆ। ਇਸ ਤਰ੍ਹਾਂ ਸ਼ੁਗਲ ਮੇਲੇ ਦੇ ਵਿੱਚ ਕੁੜੀ ਰੋਟੀ ਖਾ ਲੈਂਦੀ ਸੀ, ਅਤੇ ਰੱਜ ਪੁੱਜ ਕੇ ਆਪਣੇ ਫਿਰ ਵਿਦਾਈ ਹੁੰਦੀ ਸੀ ਕੁੜੀ ਦੀ, ਹੈ ਨਾ। ਅਤੇ ਨਹੀਂ ਤਾਂ ਫਿਰ ਕੁੜੀ ਭੁੱਖੀ ਰਹਿ ਜਾਂਦੀ ਸੀ। ਅੱਜ ਕੱਲ੍ਹ ਦੀਆਂ ਤਾਂ ਚਲੋ ਗੱਲਾਂ ਹੀ ਹੋਰ ਨੇ, ਮੁੰਡਾ ਕੁੜੀ ਇਕੱਠੇ ਬੈਠ ਕੇ ਰੋਟੀ ਖਾ ਲੈਂਦੇ ਆ, ਉਹ ਗੱਲਾਂ ਨਹੀਂ ਰਹੀਆਂ। ਪਰ ਹਾਂ, ਸਾਨੂੰ ਥੋੜ੍ਹੇ ਬਹੁਤ ਪਿਛਲੇ ਜਿਹੜੇ ਰਸਮ ਰਿਵਾਜ ਨਹੀਂ ਰੱਖਣੇ ਚਾਹੀਦੇ ਆ, ਅਤੇ ਸੋਹਣਾ ਲੱਗਦਾ ਇਸ ਤਰ੍ਹਾਂ ਕਰਦੇ ਹਾਂ। ਕਿਉਂਕਿ ਜਿਹੜੇ ਅਸੀਂ ਹੁਣ ਵਿਆਹ ਕਰਦੇ ਹਾਂ ਸਾਰੇ ਨਕਲੀ ਜਿਹੇ ਵਿਆਹ ਹੋ ਜਾਂਦੇ ਨੇ, ਜਿਵੇਂ ਨੱਚਣਾ ਟੱਪਣਾ, ਔਰਕੈਸਟਰਾ ਆ ਗਿਆ, ਡੀਜੇ ਆ ਗਿਆ। ਇਹਦੀ ਥਾਂ 'ਤੇ ਅਗਰ ਤੁਸੀਂ ਆਪਾਂ ਲੰਬੀਆਂ ਹੇਕਾਂ ਵਾਲੇ ਗੀਤ ਗਾਈਏ, ਅਸੀਂ ਘੋੜੀਆਂ ਗਾਈਏ, ਸਿੱਠਣੀਆਂ ਗਾਈਏ, ਛੰਦ ਗਾਈਏ, ਇੱਕ ਤਾਂ ਸਾਡੀ ਕਲਾ ਬਾਹਰ ਆਊਗੀ, ਇੱਕ ਸਾਡੇ ਪੁਰਾਣੇ ਬਜ਼ੁਰਗਾਂ ਦਾ ਜੋ ਸਾਨੂੰ ਸੱਭਿਆਚਾਰ ਦਿੱਤਾ ਹੋਇਆ ਸੀ ਉਹ ਉੱਗੜ ਕੇ ਮੂਹਰੇ ਆਊਗਾ। ਇਸੇ ਕਰਕੇ ਹੁਣ ਜੋ ਆਪਾਂ ਇਹ ਪੱਤਲ ਸ਼ੁਰੂ ਕੀਤੀ ਆ, ਇਹ ਪੱਤਲ ਦਾ ਕਿੱਸਾ, ਇਹ ਤੁਹਾਨੂੰ ਪੂਰਾ ਤੁਹਾਡੇ ਮੂਹਰੇ ਰੱਖਾਂਗੇ, ਅਤੇ ਤੁਸੀਂ ਇਹਨੂੰ ਧਿਆਨ ਦੇ ਨਾਲ ਸੁਣਿਓ। ਹੋ ਸਕਿਆ ਤਾਂ ਇਹਨੂੰ ਕਰਨ ਦੀ ਕੋਸ਼ਿਸ਼ ਵੀ ਕਰਿਓ। ਚੱਲ ਪੂਰਾ ਬੇਸ਼ੱਕ ਛੰਦ ਸਿੱਠਣੀਆਂ ਨਹੀਂ ਆਪਾਂ ਦੇ ਸਕਦੇ, ਪਰ ਜੰਨ ਬੰਨ੍ਹਣ ਦੀ ਰਸਮ ਤਾਂ ਇੱਕ ਜ਼ਰੂਰ ਆਪਾਂ ਕਰ ਸਕਦੇ ਹਾਂ ਨਾ। ਇਹ ਕਰਕੇ ਦੇਖਿਓ, ਆਨੰਦ ਬੜਾ ਆਊਗਾ। ਹਾਂਜੀ, ਠੀਕ ਹੈ, ਚਲੋ ਪੇਸ਼ ਕਰਦੇ ਹਾਂ ਅੱਗੇ। ਹਾਂਜੀ, ਸੁਣਿਓ ਜਰਾ ਗੌਰ ਦੇ ਨਾਲ। ਦੋਹਰਾ। ਹੇ ਸੱਚੇ ਪਰਮਾਤਮਾ, ਸਖਤੀ ਦੇ ਸਿਰ ਤਾਜ, ਹਾਥ ਟਿਕਾਵੋ ਸੀਸ ਤੇ ਹੋਵੇ ਸੁਧ ਆਵਾਜ਼। ਕਬਿਤ। ਗਿਆ ਮੈਂ ਪਟਿਆਲੇ, ਮੈਨੂੰ ਆਖਦਾ ਪ੍ਰੈਸ ਵਾਲਾ, ਪੱਤਲ ਬਣਾ ਦੇ ਇੱਕ ਤੀਵੀਆਂ ਦੇ ਬਾਸ ਤੇ, ਬੰਨਣੇ ਤੇ ਖੋਲਣੇ ਦੀ ਲਿਖੋ ਤਰਕੀਬ ਕੋਈ, ਤੈਨੂੰ ਕਿਹੜੀ ਚੀਜ਼ ਗੱਲ ਔੜਦੀ ਉਗਾਸ ਤੇ। ਦੋ ਕੁ ਬਲ ਕਹਿ ਕੇ ਆਪ ਚੁੱਪ ਕਰ ਜਾਂਦੀਆਂ ਨੇ,
ਆਦਮੀ ਨੂੰ ਖੜਾ ਕਰ ਦੇਣ ਬਕਵਾਸ ਤੇ। ਰੱਖੀ ਮੇਰੀ ਟੋਇਕ ਹੋਵੇ ਰੋਸ਼ਨੀ ਜਹਾਨ ਵਿੱਚ, ਨਾਨਕ ਗੁਰੂ ਜੀ ਤੂੰ ਮਿਹਰ ਕਰ ਦਾਸ ਤੇ। ਲਓ ਜੀ, ਅੱਗੋਂ ਦੋਹਰਾ ਵਾ ਜਦੋਂ ਜੰਨ ਚੜ੍ਹਨ ਲੱਗਦੀ ਆ। ਚੜੀ ਜੰਨ ਸਕਰੋਦੀਓਂ ਟੁੱਕੀ ਲੌਂਗੋਵਾਲ, ਸੱਦੇ ਰੋਟੀ ਖਾਣ ਨੂੰ ਵੱਡੇ ਸ਼ੌਂਕ ਦੇ ਨਾਲ। ਕੋਠਿਆਂ ਉੱਤੇ ਬੈਠ ਕੇ ਲੱਗੇ ਰੋਟੀ ਖਾਣ, ਪੱਤਲ ਬੰਨੀ ਨਾਰ ਨੇ ਕਰਦੀ ਕਿਵੇਂ ਬਖਿਆਨ। ਭਜਨ ਕੌਰ ਜੋ ਨਾਮ ਸੀ ਪੱਤਲ ਦਿੱਤੀ ਬੰਨ, ਜਵਾ ਰਸੀਲੀ ਉਸ ਦੀ ਸੁਣੋ ਲਗਾ ਕੇ ਕੰਨ। ਕਹਿੰਦੇ ਜਿਹੜੀ ਜਵਾ ਹੁੰਦੀ ਆ ਨਾ, ਜਵਾ ਕਹਿੰਦੇ ਜ਼ੁਬਾਨ ਨੂੰ ਵੀ, ਉਹ ਤਾਂ ਜ਼ੁਬਾਨ ਉਸਦੀ ਬਹੁਤ ਰਸੀਲੀ ਸੀ। ਅਤੇ ਹੁਣ ਅੱਗੇ ਉਹ ਕਵਿਤਾ ਬੋਲਦੀ ਆ। ਕਵਿਤਾ ਦੇ ਵਿੱਚ ਉਹਨੇ ਕਿਵੇਂ ਜੰਨ ਨੂੰ ਬੰਨ੍ਹਿਆ ਉਹ ਜਰਾ ਸੁਣਿਓ ਹੁਣ। ਕਵਿਤਾ ਦੇ ਰੂਪ ਦੇ ਵਿੱਚ ਹੈਗੀ ਆ ਇਹ। ਪ੍ਰਥਮੇ ਜ਼ਬਾਨ ਬੰਨਾ ਬੰਨਦਾ ਅਕਲ ਥੋਡੀ, ਬੰਨਾ ਮਾਈ ਬਾਪ ਜੀ ਨੇ ਜਰਮ ਸੁਧਾਰਿਆ। ਮਿੱਤਰ ਪਿਆਰੇ ਤੇਰੇ ਕੌਲ ਤੇ ਤਮਾਮ ਬੰਨਾ, ਸਭੇ ਸੂਰਵਾ ਵੀਰ ਤੇਜ ਜਾਵੇ ਨਾ ਸਹਾਰਿਆ। ਸੱਪ ਵਾਂਗੂ ਕੀਲ ਕੇ ਮੈਂ ਘੱਤ ਲੂੰ ਪਟਿਆਰੀ ਵਿੱਚ, ਦਿਸਦਾ ਹੈ ਟੋਲਾ ਤੁਹਾਡਾ ਵੱਡਾ ਹੰਕਾਰਿਆ। ਦੇਖਾਂ ਹੁਣ ਕੌਣ ਸਾ ਛਡਾਊ ਤੁਹਾਨੂੰ ਬੰਨਿਆਂ ਨੂੰ, ਬੰਨ ਕੇ ਤੇ ਮੁਸ਼ਕਾਂ ਮੈਂ ਕੋਠੜੀ 'ਚ ਡਾਰਿਆ। ਅੱਗੇ ਹੈਗਾ ਤੂੰ ਭਾਗਾ ਛੰਦ। ਲੱਡੂ ਪੇੜਾ ਬਰਫੀ ਪਤੀਲੇ ਥਾਲੀਆਂ, ਗੜਵੇ ਗਲਾਸ ਭੰਨ ਬੰਨਦਿਆਂ ਪਿਆਲੀਆਂ। ਬੰਨਾ ਘਿਓ ਖੰਡ ਵਿੱਚ ਪਾਏ ਥਾਲ ਦੇ, ਬੰਨਾ ਤੇਰੇ ਮਿੱਤਰ ਪਿਆਰੇ ਨਾਲ ਦੇ। ਅੱਜ ਤੁਹਾਡਾ ਗੁਰੂ ਹੈ ਭਜਨ ਕੌਰ ਵੇ, ਕਾਲਾ ਜਾਦੂ ਪੜ ਬਦਲਾ ਦੂੰ ਤੌਰ ਵੇ। ਬੰਨਾ ਤੁਹਾਡੀ ਮਾਸੀ ਤਿੱਖੇ ਤਿੱਖੇ ਨੈਣ ਵੇ, ਬੰਨਾ ਤੁਹਾਡੀ ਭੂਆ ਤੇ ਭਤੀਜੀ ਭੈਣ ਵੇ। ਬੰਨ ਦਾ ਪਤਾਸੇ ਪੂਰੀ ਪ੍ਰਸ਼ਾਦ ਵੇ, ਕਿੱਥੋਂ ਇਕੱਠੇ ਹੋ ਗਏ ਨੇ ਜੂਆਂ ਦੀ ਖਾਦ ਵੇ। ਮੰਤਰ ਚਲਾ ਕੇ ਸਿੱਟੋਂ ਵਿੱਚ ਜਾਲ ਦੇ, ਬੰਨਾ ਤੁਹਾਡੇ ਮਿੱਤਰ ਪਿਆਰੇ ਨਾਲ ਦੇ। ਬਿੰਦ ਝੱਟ ਤਾਈਂ ਮੈਂਦ ਖਾਦੋਂ ਚੀਕਦੇ, ਮਾਈ ਬਾਪ ਤੁਹਾਡੇ ਰਹਿਣਗੇ ਉਡੀਕਦੇ। ਕਰ ਦੂੰ ਸ਼ੁਦਾਈ ਸਿੱਟ ਕੇ ਕੁੜੈਣ ਵੇ, ਬੰਨਾ ਤੁਹਾਡੀ ਭੂਆ ਤੇ ਭਤੀਜੀ ਭੈਣ ਵੇ। ਬੰਨਦਿਆਂ ਪਤੌੜ ਦੁੱਧ ਦਹੀਂ ਖੀਰ ਵੇ, ਲੰਮੇ ਲੰਜੇ ਬੰਨਾ ਮਦਰੇ ਸਰੀਰ ਵੇ। ਖੋਈਆਂ ਗਈਆਂ ਭੈਣਾਂ ਤੁਸੀਂ ਫਿਰੋਂ ਭਾਲਦੇ, ਬੰਨਾ ਤੁਹਾਡੇ ਮਿੱਤਰ ਪਿਆਰੇ ਨਾਲ ਦੇ। ਕੰਡਲੇ ਤਵੀਤ ਬੰਨ ਦੇਵਾਂ ਨੱਤੀਆਂ, ਬੰਨ ਦੇਵਾਂ ਸੋਟੀਆਂ ਲਵਾਈਆਂ ਪੱਤੀਆਂ। ਦਾੜੀ ਮੁੱਛਾਂ ਸਣੇ ਬੰਨ ਦੇਵਾਂ ਨੈਣ ਵੇ, ਬੰਨਾ ਤੇਰੀ ਭੂਆ ਤੇ ਭਤੀਜੀ ਭੈਣ ਵੇ। ਝਟਕਾ ਸ਼ਰਾਬ ਬੰਨਾ ਸਣੇ ਵੋਟਾਂ ਦੇ, ਬੰਨਾ ਤੁਹਾਡੇ ਬਟੂਏ ਜੋ ਡੱਕੇ ਨੋਟਾਂ ਦੇ। ਰੰਗ ਪਲਟਾ ਦੂੰ ਗੋਲੇ ਸੈੱਟ ਰਾਲ ਦੇ, ਬੰਨਾ ਤੁਹਾਡੇ ਮਿੱਤਰ ਪਿਆਰੇ ਨਾਲ ਦੇ। ਗੱਭਰੂ ਜਵਾਨ ਬੰਨ ਦੇਵਾਂ ਬੁੱਢੇ ਵੇ, ਭੈਂਗੇ ਟੀਰੇ ਬੰਨਾ ਲੰਗੜੇ ਤੇ ਟੁੰਡੇ ਵੇ। ਅੱਖਾਂ ਵਿੱਚ ਪਾ ਦੂੰ ਫੂਕ ਕੇ ਜਮੈਣ ਵੇ, ਬੰਨਾ ਤੁਹਾਡੀ ਭੂਆ ਤੇ ਭਤੀਜੀ ਭੈਣ ਵੇ। ਕੋੜਾ ਤੇ ਪਜਾਮੇ ਬੰਨ ਦੇਵਾਂ ਧੋਤੀਆਂ, ਊਠ ਘੋੜੇ ਬੰਨਾ ਬੰਨਾ ਪਿੰਡ ਦੀਆਂ ਖੋਤੀਆਂ। ਮੰਗੇ ਹੋਏ ਸਾਫੇ ਪੁੱਤਰ ਕੰਗਾਲ ਦੇ, ਬੰਨਾ ਤੁਹਾਡੇ ਮਿੱਤਰ ਪਿਆਰੇ ਨਾਲ ਦੇ। ਕੱਛ ਤੇ ਕਛਹਿਰੇ ਕੜੇ ਕਰਪਾਨਾਂ ਦੇ,
ਬੰਨਦਿਆਂ ਬਜਾਜ ਸਣੇ ਹੀ ਦੁਕਾਨਾਂ ਦੇ। ਬੰਨਾ ਪੀਲ ਜੋਸ਼ ਦੀਵੇ ਲਾਲ ਟੈਣ ਵੇ, ਬੰਨਾ ਤੇਰੀ ਭੂਆ ਤੇ ਭਤੀਜੀ ਭੈਣ ਵੇ। ਬੰਨਦਿਆਂ ਬੰਦੂਕ ਸਣੇ ਪਸਤੌਲਾਂ ਦੇ, ਬੰਨਾ ਤੁਹਾਡੇ ਢਿੱਡ ਪਰ ਜਿਵੇਂ ਪਰੇ ਜੋ ਮਖੌਲਾਂ ਦੇ। ਬਖੰਡਾ ਮੇਖ ਜੀਨ ਬੰਨਾ ਸਣੇ ਢਾਲ ਦੇ, ਬੰਨਾ ਤੁਹਾਡੇ ਮਿੱਤਰ ਪਿਆਰੇ ਨਾਲ ਦੇ। ਬੰਨਾ ਤੁਹਾਡੀ ਮੋਟਰ ਲਿਆਂਦੀ ਲੱਦ ਵੇ, ਲੱਡੂਆਂ ਦੇ ਨਾਲ ਰੱਜਦੇ ਨਾ ਕੱਦ ਵੇ। ਟੁੱਟ ਗਏ ਮੰਜੇ ਚੱਲੇ ਨਾ ਦਮੈਣ ਵੇ, ਬੰਨਾ ਤੁਹਾਡੀ ਭੂਆ ਤੇ ਭਤੀਜੀ ਭੈਣ ਵੇ। ਜੁੱਤੀਆਂ ਜਰੇਬਾ ਬੰਨਦੇ ਮਾਂ ਬੂਟ ਵੇ, ਕੋਟ ਪਤਲੂਨ ਜੋ ਹੰਡਾਉਂਦੇ ਸੂਟ ਵੇ। ਭਜਨ ਸੁਣਾਵੇ ਬਚਨ ਕਮਾਲ ਦੇ, ਬੰਨਾ ਤੁਹਾਡੇ ਮਿੱਤਰ ਪਿਆਰੇ ਨਾਲ ਦੇ। ਬੰਨਾ ਤੁਹਾਡੇ ਮਿੱਤਰ ਪਿਆਰੇ ਨਾਲ ਦੇ। ਛੱਤੀ ਭੋਜਨ ਬੰਨ ਤੇ ਬੰਨੀ ਜਨ ਤਮਾਮ, ਅੰਗ ਸਾਕ ਸਭ ਬੰਨ ਤੇ ਬੰਨੇ ਪਿੰਡ ਗਰਾਮ।